Good morning to all of you. Today we will discuss concept price. Price ਦਾ concept ਅਸੀਂ ਅੱਜ ਪ੍ਰੋਡਿਊਸਰ, ਮੈਨੂਫੈਕਚਰਰ ਜਾਂ ਸੈਲਰ ਦੇ ਐਂਗਲ ਤੋਂ ਜਿਹੜਾ ਡਿਸਕਸ ਕਰਾਂਗੇ ਤੇ ਨਾਟ ਫਰੋਮ ਦੀ ਸਾਈਡ ਆਫ ਕੰਜ਼ਿਊਮਰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਜ਼ ਵੀ ਹੈਵ ਆਲਰੇਡੀ ਡਿਸਕਸਡ ਮਾਰਕੀਟਿੰਗ ਮਿਕਸ। ਮਾਰਕੀਟਿੰਗ ਮਿਕਸ ਦੇ ਜਿਹੜੇ ਟ੍ਰੈਡੀਸ਼ਨਲ ਸਮੇਂ 'ਚ ਐਲੀਮੈਂਟ ਸੀ ਦੈਟ ਵਰ 4 ਪਰ with the passage of time it became 7 and price is one of them. Price is an important element of marketing mix. So today let us continue. Marketing mix refers to the set of actions or tactics that a company uses to promote its brand or product in the market. So presently there are 7 Ps of marketing mix and price is one of these elements. Price is the only elements in the marketing that produces revenue, whereas the other elements incur cost. ਪ੍ਰਾਈਸ ਸਿਰਫ ਤੇ ਸਿਰਫ ਐਸਾ ਐਲੀਮੈਂਟ ਹੈ ਇਹਨਾਂ ਦੇ ਵਿੱਚ ਜਿਹੜਾ ਪ੍ਰੋਡਿਊਸਰ ਦੇ ਲਈ ਰੈਵਨਿਊ ਜਨਰੇਟ ਕਰਦਾ ਹੈ। ਜਿਹੜੇ ਦੂਸਰੇ ਐਲੀਮੈਂਟਸ ਨੇ ਜਿਵੇਂ ਪ੍ਰੋਡਕਟ ਪ੍ਰਮੋਸ਼ਨ ਪਲੇਸ ਬ੍ਰਾਂਡਿੰਗ ਇਹਨਾਂ ਦੇ ਉੱਪਰ ਜਿਹੜਾ ਉਹਨੂੰ ਕੋਸਟ ਆਉਂਦੀ ਖਰਚ ਕਰਕੇ ਨਾ ਪੈਂਦਾ ਹੈ, ਰੈਵਨਿਊ ਨਹੀਂ ਆਉਂਦਾ। ਇਸ ਕਰਕੇ ਪ੍ਰਾਈਸ ਜਿਹੜਾ ਬਹੁਤ ਇੰਪੋਰਟੈਂਟ ਐਲੀਮੈਂਟ ਹੈ ਮਾਰਕੀਟਿੰਗ ਮਿਕਸ ਦਾ। ਸੋ ਇਹਨੂੰ ਜਿਹੜਾ ਅਸੀਂ ਅੱਛੇ ਢੰਗ ਨਾਲ ਸਮਝਦੇ ਹਾਂ। ਪੁਰਾਣੇ ਸਮੇਂ 'ਚ ਜਿਹੜੇ ਬੇਸਿਕ 4 Ps ਮੰਨੇ ਗਏ ਸੀ ਜਿਵੇਂ ਪ੍ਰਾਈਸ ਪ੍ਰੋਡਕਟ ਪ੍ਰਮੋਸ਼ਨ ਤੇ ਪਲੇਸ, ਬਟ ਵਿਦ ਦਾ ਪੈਸੇਜ ਆਫ ਟਾਈਮ ਇਹ ਜਿਹੜੇ ਐਲੀਮੈਂਟਸ ਨੇ ਇਨਕਰੀਜ਼ ਹੋ ਗਏ ਤੇ ਇਹਦੇ ਵਿੱਚ ਜਿਵੇਂ ਕਿ ਪੈਕੇਜਿੰਗ ਜਿਹੜੀ ਹੈ ਉਹ ਬਾਅਦ ਵਿੱਚ ਐਡ ਹੋਈ, ਪੋਜੀਸ਼ਨਿੰਗ ਹੋਈ, ਪੋਲਿਟਿਕਸ ਵੀ ਇਹਦਾ ਪਾਰਟ ਬਣਿਆ। ਸੋ presently there are 7 Ps elements of marketing mix. So let us discuss. So what is the price? Price, the amount of money charged for a product or service, or the sum of values that consumers exchange for the benefit of having or using the product or services. Product या service जो भी यूज करता है ਉਹਦੇ ਬਦਲੇ 'ਚ ਜਿਹੜਾ ਕੰਜ਼ਿਊਮਰ ਹੈ ਉਹਨੂੰ ਪੇ ਕਰਨਾ ਪੈਂਦਾ ਹੈ। ਤੇ ਪ੍ਰਾਈਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਪ੍ਰਾਈਸ ਇਜ਼ ਦਾ ਮਨੀ ਚਾਰਜ ਫੋਰ ਏ ਗੁੱਡ ਔਰ ਸਰਵਿਸ। ਜਿਵੇਂ ਕਿ ਐਗਜ਼ਾਮਪਲ ਲੈ ਲਈਏ ਵੀ ਤੁਸੀਂ ਐਜ਼ ਯੂ ਬਾਈ ਕਲੋਥਸ then you have to pay for that clothes and if you are taking services of doctor or lawyer then you have to pay, that is price. And then price is also what a consumer must pay in order to receive a product or service. So price does not necessarily always mean money. तो ਜ਼ਰੂਰੀ ਨਹੀਂ ਹੈ ਵੀ ਜੇ ਤੁਸੀਂ ਸਰਵਿਸ ਲਈ ਹੈ ਤਾਂ ਤੁਹਾਨੂੰ ਉਹਦੀ ਪੇਮੈਂਟ ਮਨੀ ਦੇ ਰੂਪ 'ਚ ਹੀ ਕਰਨੀ ਪਵੇ। Sometime someone pay service against service or good against good, that is barter system. ਅੱਜ ਦੇ ਸਮੇਂ 'ਚ ਬਾਰਟਰ ਸਿਸਟਮ ਭਾਵੇਂ ਸਿੱਧੇ ਤੌਰ ਤੇ ਨਹੀਂ ਹੈ ਪਰ ਪੁਰਾਣੇ ਸਮੇਂ ਸੀ ਜਦੋਂ ਇੱਕ ਵਿਅਕਤੀ ਕੋਈ ਕੱਪੜਾ ਬਣਾਉਂਦਾ ਸੀ ਤਾਂ ਕੱਪੜੇ ਦੇ ਬਦਲੇ ਜਦੋਂ ਜੁੱਤੇ ਮਿਲ ਗਏ ਜਾਂ ਅਨਾਜ ਮਿਲ ਗਿਆ, that was the barter system. So bartering is an exchange of goods or services in return of goods or services, also called price. So let us discuss importance of price. First one is flexible element of marketing mix. Price is the most adjustable aspect of the marketing mix and ਕਦੇ ਵੀ ਘਟਾਇਆ ਵਧਾਇਆ ਜਿਹੜਾ ਉਹ ਜਾ ਸਕਦਾ ਹੈ। Prices can be changed rapidly as compared to other element like product place or promotion. ਥਾਂ ਬਦਲਣਾ, ਪ੍ਰੋਡਕਟ ਦੀ ਸ਼ੇਪ ਬਦਲਣੀ, ਇਹਨਾਂ ਨੂੰ ਟਾਈਮ ਲੱਗਦਾ ਪਰ ਪ੍ਰਾਈਸ ਜਿਹੜਾ ਹੈ ਉਹ ਵਿਦਿਨ ਟਾਈਮ ਕਦੇ ਵੀ ਕੰਪਨੀ ਜਿਹੜੀ ਆ ਉਹ
ਚੇਂਜ ਕਰ ਸਕਦੀ ਹੈ, ਘਟਾ ਵਧਾ ਸਕਦੀ ਹੈ। ਤੇ ਨੈਕਸਟ, ਰਾਈਟ ਲੈਵਲ ਪ੍ਰਾਈਸਿੰਗ। The wrong price decision can bring about the downfall of a company। ਜੇ ਕੰਪਨੀ ਨੇ ਪ੍ਰਾਈਸ ਦਾ ਡਿਸੀਜਨ ਲੈਣ ਲੱਗੇ ਕੋਈ ਛੋਟੀ ਜਿਹੀ ਵੀ ਗਲਤੀ ਕਰਤੀ ਤਾਂ ਕੰਪਨੀ ਦਾ ਕਾਰੋਬਾਰ ਜਿਹੜਾ ਉਹ ਬੜਾ ਠੱਪ ਹੋ ਸਕਦਾ ਹੈ, ਨੈਗੇਟਿਵ ਹੋ ਸਕਦਾ ਹੈ। So it is extremely significant to fix prices at the right level after sufficient market research and evaluation of factors like competitor strategy, market condition, cost of production, etc। ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਕੇ ਹੀ ਪ੍ਰਾਈਸਿਸ ਦੇ ਸੰਬੰਧ ਚ ਜਿਹੜਾ ਡਿਸੀਜਨ ਹੈ ਉਹ ਲਿਆ ਜਾ ਸਕਦਾ ਹੈ। But it would be very hard for the company to raise prices on a future date। ਇਹ ਨਹੀਂ ਹੈ ਵੀ ਤੈਅ ਕਰ ਲਿਆ ਕਿਸੇ ਕੰਪਨੀ ਨੇ ਵੀ ਇੰਨੀ ਤਰੀਕ ਨੂੰ ਪ੍ਰਾਈਸਿਸ ਇਨਕਰੀਜ਼ ਕਰਨੀ ਹੈ, ਬੜਾ ਪੋਸੀਬਲ ਨਹੀਂ ਹੈ ਕਿਉਂਕਿ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਇੰਨਾ ਹੈ ਤੇ ਕੰਪਨੀ ਨੂੰ ਪ੍ਰਾਈਸ ਵਧਾਉਣਾ ਜਾਂ ਘਟਾਉਣਾ ਉਹਦੇ ਪ੍ਰੋਫਿਟ ਦੇ ਵਿੱਚ ਜਾਂ ਉਹਦੇ ਬਿਜ਼ਨਸ ਦੇ ਵਿੱਚ ਉਹਨੂੰ ਲਾਸ ਪਹੁੰਚਾ ਸਕਦਾ ਹੈ। ਨੈਕਸਟ ਹੈ ਪ੍ਰਾਈਸ ਕ੍ਰੀਏਟਸ ਫਸਟ ਇੰਪ੍ਰੈਸ਼ਨ। ਦੇਖੋ ਓਫਨ ਪ੍ਰਾਈਸ ਇਜ਼ ਦਾ ਫਸਟ ਫੈਕਟਰ ਆਫ ਕੰਜ਼ਿਊਮਰ ਨੋਟਿਸ। ਤੁਸੀਂ ਕੋਈ ਚੀਜ਼ ਖਰੀਦਣੀ ਹੈ ਸਭ ਤੋਂ ਪਹਿਲਾਂ ਵਾਟ ਇਜ਼ ਦ ਪ੍ਰਾਈਸ ਇਹ ਪੁੱਛਦੇ। ਸੋ ਇਹ ਪਹਿਲਾ ਇੰਪ੍ਰੈਸ਼ਨ ਹੁੰਦਾ ਹੈ। while the customer may base his final buying decision on the overall benefits। ਜਦੋਂ ਕੰਜ਼ਿਊਮਰ ਕਿਸੇ ਸ਼ਾਪ ਤੇ ਹੈ ਪਹਿਲਾਂ ਤਾਂ ਉਹਦਾ ਪ੍ਰਾਈਸ ਪੁੱਛਦਾ ਹੈ, ਪ੍ਰਾਈਸ ਤੋਂ ਜਦੋਂ ਲੱਗਦਾ ਕਿ ਸਾਡੀ ਰੇਂਜ ਤਾਂ ਹੈ ਫਿਰ ਉਹਦੇ ਅਦਰ ਫੀਚਰਸ ਜਿਹੜੇ ਆ ਉਹ ਡਿਸਕਸ ਕਰਨਾ ਸ਼ੁਰੂ ਕਰ ਦਿੰਦੇ ਨੇ। ਮਤਲਬ ਪ੍ਰਾਈਸ ਪਹਿਲਾਂ ਅਦਰ ਫੀਚਰਸ ਬਾਅਦ। ਪਰ ਜੇ ਕਈ ਵਾਰ ਇਹਦਾ ਪ੍ਰਾਈਸ ਘੱਟ ਹੈ ਪਰ ਫੀਚਰਸ ਐਜ਼ ਪਰ ਦ ਕੰਜ਼ਿਊਮਰ ਰਿਕੁਆਇਰਮੈਂਟ ਨਹੀਂ ਹੈਗੇ ਤਾਂ ਹੀ ਵਿਲ ਨੋਟ ਬਾਈ ਦ ਪ੍ਰੋਡਕਟ। So after learning about the price, the customers try to learn more about the product quality। If a product is, if the product price is too high, then the consumer may lose interest in knowing more। पहले ही कुछ रेट कितने ਦਾ जी नहीं ਉੱਥੇ ਛੱਡਦੇ। But if he thinks that product is affordable, then then he would try to get more information about it। Therefore price is critical factor that influence the buyer decision। Next, vital element of sale promotion। Being the most flexible component of marketing mix, price is the most important part of sale promotion। In order to encourage more sale, the marketing managers may reduce the price in case of goods whose demand is price sensitive। Even a small reduction in price will lead to higher sale volume। बहुत ज़्यादा डिमांड जी है वो बढ़ सकती है with a small reduction in price। And then the economy ਜਿਹੜੀ ਹੈ ਉਹ ਵੀ ਇਫੈਕਟ ਹੁੰਦੀ ਹੈ ਪ੍ਰਾਈਸ ਦੇ ਨਾਲ। ਕਿਵੇਂ? ਪ੍ਰਾਈਸ ਆਫ ਪ੍ਰੋਡਕਟ ਇਨਫਲੂਐਂਸ ਪ੍ਰੋਫਿਟ, ਰੈਂਟ, ਇੰਟਰਸਟ, ਵੇਜਿਸ which are the price paid to factor of production। As all of you are aware, there are four factors of production: land, labor, capital and entrepreneur, and the producer have to pay them as a profit, rent, interest and wages। So the price of a product influences profit, rent, interest, wages, which are the prices paid to the factors of production। Entrepreneurship, land, capital and labor respectively। देखो अगर कोई लैंड, लेबर, कैपिटल, एंटरप्रेन्योर ਜਿਹੜੇ ਵੀ ਲਾਉਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਪੇਮੈਂਟ ਦਿੰਦੇ ਆ that is also the price of the factor। So thus price acts as a regulator of economy because it influences the allocation of the factor of production। ਜੇ ਪ੍ਰਾਈਸਿਸ ਜ਼ਿਆਦਾ ਨੇ ਪ੍ਰੋਡਿਊਸਰ ਦੇ ਐਂਗਲ ਤੋਂ ਉਹਨੂੰ ਲੱਗਦਾ ਵੀ ਮਹਿੰਗੇ ਨੇ ਤਾਂ ਉਹਨਾਂ ਨੂੰ ਇੰਪਲੋਇਮੈਂਟ ਜਿਹੜੀ ਆ ਉਹ ਘੱਟ ਦਊਗਾ, ਇੰਪਲੋਇਮੈਂਟ ਘੱਟ ਦੇਗਾ ਤਾਂ ਲੋਕਾਂ ਦੀ ਇਨਕਮ ਨਹੀਂ ਵਧਣੀ ਤਾਂ ਇਕੋਨਮੀ ਜਿਹੜੀ ਆ ਉਹ ਡਾਊਨ ਰਹੇਗੀ। ਸੋ ਪ੍ਰਾਈਸ ਆਫ ਦ ਫੈਕਟਰਸ ਆਫ ਪ੍ਰੋਡਕਸ਼ਨ ਵੀ ਜਿਹੜੀ ਆ ਉਹ ਬੜੀ ਇੰਪੋਰਟੈਂਟ ਹੈ। Then determinant of profit। Profit is the
basic objective of any commercial undertakings, and the profit directly depends on the price. अगर प्रोड्यूसर ਦਾ ਪ੍ਰੋਡਕਟ ਹਾਈ ਪ੍ਰਾਈਸ ਤੇ ਸੇਲ ਹੋ ਰਿਹਾ ਹੈ ਤਾਂ ਇਟ ਮੀਨਸ ਕਿ ਉਹਨੂੰ ਪ੍ਰੋਫਿਟ ਵੱਧ ਹੋਏਗਾ। ਜੇ ਉਹਦਾ ਕਾਸਟ ਦੇ ਅਗੇਂਸਟ ਬਹੁਤ ਘੱਟ ਮਾਰਜਨ ਤੇ ਉਹਦੇ ਪ੍ਰਾਈਸ ਤੇ ਪ੍ਰੋਡਕਟ ਸੇਲ ਹੋ ਰਿਹਾ ਇਟ ਮੀਨ ਉਹਨੂੰ ਪ੍ਰੋਫਿਟ ਜਿਹੜਾ ਉਹ ਘੱਟ ਹੋ ਰਿਹਾ। ਤੇ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਕੰਪੀਟੀਸ਼ਨ ਦੇ ਐਂਗਲ ਤੋਂ ਵੀ ਜਿਹੜਾ ਪ੍ਰਾਈਸ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। A seller, by fixing a reasonable price and by offering value of money, can overcome competition. Competition ਦੇ ਵਿੱਚ ਤੁਸੀਂ ਦੇਖਦੇ ਹੀ ਹੋ ਕਿ ਕਈ ਵਾਰ ਚੀਜ਼ ਦਾ ਰੇਟ ਨਹੀਂ ਘਟ ਪਾ ਰਿਹਾ, ਨਾਲ ਕੋਈ ਨਾ ਕੋਈ इसके साथ ये फ्री उसके साथ वो फ्री एडवर्टाइजमेंट, ਜਾਂ प्राइस सीधा ना घटाने की बजाय ਉਹਦੇ ਚ क्वांटिटी ਵਧਾ ਦਿੰਦੇ ਨੇ भी उसी कीमत में अब आपका ये फेवरेट प्रोडक्ट अब इतने परसेंट ज़्यादा। सो ये ਜਿਹੜੇ ਕੰਪੀਟੀਸ਼ਨ ਦੇ ਵਿੱਚ ਪ੍ਰਾਈਸ ਦੀ ਵੈਲਿਊ। ਨੈਕਸਟ ਡਿਮਾਂਡ ਰੈਗੂਲੇਟਰ। ਇਹ ਦੇਖੋ ਵੈਰੀ ਸਿੰਪਲ ਲਾਅ ਹੈ ਇਕਨੋਮਿਕਸ ਦਾ that price and demand are inversely proportional, thereby seller can either increase the demand or decrease the demand for his product by setting a low or higher price। कीमत ज़्यादा रखेंगे तो डिमांड घट जाएगी, जे कीमत घटा देंगे तो डिमांड बढ़ जाएगी। And then crucial decision input, the price as a factor constitute a very important decision। Company has to decide price appropriately because several factors depends on the price such as demand, profit, market share and competition। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਡਕਟ ਦੀ ਪ੍ਰਾਈਸ ਦੇ ਨਾਲ ਜੁੜੀਆਂ ਹੋਈਆਂ ਨੇ। Factors such as product place and promotion are causes of expenditure। ਇਹਨਾਂ ਤੇ ਤਾਂ ਚਲੋ ਖਰਚ ਹੁੰਦਾ ਪਰ ਪ੍ਰਾਈਸ ਜਿਹੜਾ that is the only factor that brings in revenue to the sellers, ਪੈਸੇ ਕਮਾ ਕੇ ਲੈ ਕੇ ਆਉਂਦੇ। And then important part of sales promotion ਕਿਹੜੇ ਕਿਹੜੇ ਨੇ? sale promotion, many times price adjustment form a part of sales promotion, that a lower price in the short term stimulate interest in the product। ਕੋਈ ਚੀਜ਼ ਨਹੀਂ ਖਰੀਦ ਰਹੀ ਸੀ, ਥੋੜਾ ਜਿਹਾ ਰੇਟ ਘਟਾਤਾ, ਲੋਕਾਂ ਦਾ ਇੰਟਰਸਟ ਪੈਦਾ ਹੋ ਗਿਆ। ਸੇਲ ਪ੍ਰਮੋਸ਼ਨ ਦੇ ਤੌਰ ਤੇ ਵੀ ਪ੍ਰਾਈਸ ਜਿਹੜੀ ਹੈ ਉਹ ਕੰਮ ਕਰਦੀ ਹੈ। ਟ੍ਰਿਗਰ ਆਫ ਫਸਟ ਇੰਪ੍ਰੈਸ਼ਨ, often consumers first perception of product is formed as soon as they learn the price। ਕਈ ਵਾਰੀ ਕੋਈ ਇੱਛਾ ਨਹੀਂ ਸੀ ਕੋਈ ਚੀਜ਼ ਖਰੀਦਣ ਦੀ, ਤੇ ਜਦੋਂ ਪਤਾ ਲੱਗਿਆ ਵੀ ਆਹ ਫਲਾਣਾ ਪ੍ਰੋਡਕਟ ਹੈ ਬੜਾ ਸਸਤਾ ਵਿਕ ਰਿਹਾ, ਖਰੀਦਣ ਚਲੇ ਗਏ। ਇਹ ਵੀ ਇੱਕ ਪ੍ਰਾਈਸ ਜਿਹੜਾ ਇਹਨੂੰ ਫਸਟ ਇੰਪ੍ਰੈਸ਼ਨ ਦੇ ਤੌਰ ਤੇ ਅਫੈਕਟ ਕਰਦਾ ਹੈ। ਐਂਡ ਦੈਨ ਪਰਸੈਪਸ਼ਨ ਆਫ ਕੁਆਲਿਟੀ। ਦੇਖੋ ਬਹੁਤ ਤਰ੍ਹਾਂ ਦੇ ਕੰਜ਼ਿਊਮਰ ਨੇ ਮਾਰਕੀਟ ਦੇ ਵਿੱਚ, ਕਈ ਤਾਂ ਸਸਤੀ ਤੇ ਟਿਕਾਊ ਚੀਜ਼, ਕਈ ਬੰਦੇ ਦੀ ਇਹ ਸੋਚ ਹੈ ਕੰਜ਼ਿਊਮਰ ਦੀ ਕਿ ਜੇ ਤਾਂ ਚੀਜ਼ ਮਹਿੰਗੀ ਹੈ ਇਟ ਮੀਨ ਕਿ ਉਹ ਵਧੀਆ ਹੈ, ਜਿਹੜੀ ਚੀਜ਼ ਸਸਤੀ ਹੈ ਤਾਂ ਮਤਲਬ ਕਿ ਉਹ ਵਧੀਆ ਨਹੀਂ ਹੈਗੀ। ਸੋ several customers develop a perception about the quality of product based on its price। To such customers, high price is better quality and low price is a low quality। So therefore the right price must be fixed for the product depending on the customer perception desire। And now we will discuss objectives of pricing। So what are the objectives? First one is, as you already know, maximum current profit। हर कंपनी ਚਾਹੁੰਦੀ ਹੈ ਵੀ ਮੇਰਾ ਜਿਹੜਾ ਪ੍ਰੋਫਿਟ ਹੈ ਉਹ ਵੱਧ ਤੋਂ ਵੱਧ ਹੋਵੇ, ਤੇ ਉਸ ਹਿਸਾਬ ਨਾਲ ਹੀ ਉਹ ਕੰਪਨੀ ਜਿਹੜੀ ਹੈ ਆਪਣੇ ਪ੍ਰਾਈਸਿਸ ਨੂੰ ਜਿਹੜਾ ਉਹ ਸੈੱਟ ਕਰਕੇ ਚੱਲਦੀਆਂ ਨੇ। ਦੈਨ ਟਾਰਗੇਟ ਰਿਟਰਨ ਔਨ ਇਨਵੈਸਟਮੈਂਟ। ਟਾਰਗੇਟ ਰਿਟਰਨ ਦਾ ਮਤਲਬ ਵੀ ਉਹ ਕੋਈ ਫਿਕਸ ਕਰ ਲੈਂਦੇ ਨੇ ਵੀ ਕਿ ਇੰਨੀ ਇਨਵੈਸਟਮੈਂਟ ਹੋਈ ਹੈ ਤਾਂ ਉਹਦੇ ਤੋਂ ਉਹਨਾਂ ਪਾਰਟਿਕੂਲਰ ਜਿਹੜਾ ਰਿਟਰਨ ਹੈ ਉਹ ਸਾਨੂੰ ਮਿਲੇ। ਇਹਦੇ ਵਿੱਚ ਜਾਂ ਤਾਂ ਫਿਕਸਡ ਪਰਸੈਂਟੇਜ ਆਫ ਸੇਲ ਹੋ ਸਕਦੀ ਹੈ ਕਿ ਸਪੋਜ਼ ਦਿਸ ਇਜ਼ ਦਾ ਪ੍ਰੋਡਕਟ ਵੀ ਵਾਂਟ 1000 ਯੂਨਿਟਸ ਪਰ ਡੇ, that is fixed percent of sale। ਰਿਟਰਨ ਔਨ ਇਨਵੈਸਟਮੈਂਟ, ਜਾਂ ਉਹ ਕਹਿੰਦੇ ਨੇ 1 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਈ ਹੈ, ਇਟ ਮੀਨ the return should be 10 lakh per month।
और फिक्सड रूपी अमाउंट रुपीज़ ਦੇ ਵਿੱਚ ਕਿ ਜੀ ਸਾਨੂੰ ਇੰਨੇ ਕਰੋੜ ਦੀ ਇਨਵੈਸਟਮੈਂਟ ਦਾ ਇੰਨਾ ਪੈਸਾ ਜਿਹੜਾ ਉਹ ਲਗਾਤਾਰ ਮਿਲਦਾ ਰਹਿਣਾ ਚਾਹੀਦਾ। ਐਂਡ ਦੈਨ ਸੇਲਸ ਰਿਲੇਟਡ ਆਬਜੈਕਟਿਵਸ ਨੇ ਕੁਝ ਸੇਲਸ ਗਰੋਥ ਕੰਪਨੀ ਸਿਰਫ ਪ੍ਰੋਡਕਟ ਤੋਂ ਜ਼ਿਆਦਾ ਪ੍ਰੋਫਿਟ ਹੀ ਨਹੀਂ ਕਮਾਉਣਾ ਚਾਹੁੰਦੀ, ਉਹਦਾ ਟਾਰਗੇਟ ਜਿਹੜਾ ਹੈ ਸੇਲ ਗਰੋਥ ਵੀ ਹੋ ਸਕਦਾ ਹੈ। ਕੰਪਨੀਜ਼ ਆਬਜੈਕਟਿਵ is to increase sale volume. It sets its price in such a way that more and more sale can be achieved. Next, target market share. A company aims its pricing policy at achieving or maintaining the target market share. For example, company may try to achieve 25% of market share in the any industry. कोई कंपनी है लगता कि ਸਾਡਾ ਸ਼ੇਅਰ ਜਿਹੜਾ ਉਹ 5% ਹੈ ਪੂਰੀ ਮਾਰਕੀਟ ਦੇ ਵਿੱਚ, ਤੇ ਉਹ ਸ਼ੇਅਰ ਨੂੰ ਵਧਾਉਣਾ ਚਾਹੁੰਦੇ ਨੇ ਆਪਣਾ 5% ਤੋਂ ਮਾਰਕੀਟ ਸ਼ੇਅਰ ਦੇ ਵਿੱਚ। ਤਾਂ ਜਿੱਥੇ ਤਾਂ ਲੋਕਾਂ ਦੀ ਇਨਕਮ ਘੱਟ ਹੈ ਉੱਥੇ ਪ੍ਰਾਈਸ ਘਟਾ ਦੇਣਗੇ, ਜਿੱਥੇ ਜਿਹੜੇ ਥਾਂ ਤੇ ਲੋਕ ਹੋਰ ਜ਼ਿਆਦਾ ਉਹਨੂੰ ਕੁਆਲਿਟੀ ਜਿਹੜੀ ਅੱਛੀ ਚਾਹੁੰਦੇ ਨੇ ਉੱਥੇ ਉਹ ਅੱਛੀ ਕੁਆਲਿਟੀ ਮਤਲਬ ਮਾਰਕੀਟ ਟਾਰਗੇਟ ਹੈ ਮਾਰਕੀਟ ਸ਼ੇਅਰ ਵਧਾਉਣਾ। Next, increase in market share. Sometimes price and pricing are taken as the tool of increase. Sometimes price and pricing are taken as a tool to increase its market share. When companies assume that its market share is below than expected, ਜਿਹੜੀ ਜਿੰਨਾ ਸ਼ੇਅਰ ਸਾਨੂੰ ਮਾਰਕੀਟ ਚਾਹੀਦਾ ਸੀ ਉਹਨਾਂ ਨਹੀਂ ਹੈ, ਤਾਂ it can raise it by appropriate pricing. ਜੋ ਵੀ ਉਹਨਾਂ ਲੱਗਦਾ ਪ੍ਰਾਈਸ ਘਟਾਉਣ ਦੀ ਜਾਂ ਵਧਾਉਣ ਦੀ ਲੋੜ ਹੈ ਉਹਦੇ ਵਿੱਚੋਂ ਚੇਂਜਿਸ ਕਰਕੇ ਆਪਣੇ ਮਾਰਕੀਟ ਸ਼ੇਅਰ ਨੂੰ ਵਧਾ ਸਕਦੇ ਨੇ। ਦੈਨ ਕੰਪੀਟੀਸ਼ਨ ਰਿਲੇਟਡ ਆਬਜੈਕਟਿਵ। Competition is a powerful factor affecting marketing performance. So every company tries to react to the competitor by appropriate business strategies. How to face competition? Today's market is characterized by the severe competition. बहुत ज़्यादा competition है कंपनियां दे विच. So company sets and modifies its pricing policy so as to respond the competitor strongly. ਜੇ ਸਾਡੇ ਕੰਪੀਟੀਟਰ ਨੂੰ ਉਹਨਾਂ ਨੇ ਅਗਰ ਸਟਰੋਂਗਲੀ ਜਵਾਬ ਦੇਣਾ ਹੈ ਤਾਂ ਉਹ ਆਪਣੇ ਪ੍ਰਾਈਸਿਸ ਮੋਡੀਫਿਕੇਸ਼ਨ ਕਰ ਦਿੰਦੀਆਂ ਨੇ। Many companies use this price as powerful mean to react to level and intensity of competition. ਕਈ ਤਾਂ ਸਿਰਫ ਮਾਰਕੀਟ ਨੂੰ ਡਿਸਟਰਬ ਕਰਨ ਵਾਸਤੇ ਵੀ ਪ੍ਰਾਈਸਿਸ ਦੇ ਵਿੱਚ ਜਿਹੜਾ ਉਹ ਚੇਂਜ ਕਰ ਦਿੰਦੇ ਨੇ, ਜਿਵੇਂ ਰਿਲਾਇੰਸ ਦਾ ਵੈਰੀ ਬਿਗ ਐਗਜ਼ਾਮਪਲ ਆਫ ਦਿਸ। ਜੋ ਰਿਲਾਇੰਸ ਨੇ ਮਾਰਕੀਟ ਦੇ ਵਿੱਚ ਆਪਣਾ ਇੰਟਰੋਡਿਊਸ ਕੀਤਾ ਤਾਂ ਉਹਨਾਂ ਦਾ ਰੇਟ ਜਿਹੜਾ ਪ੍ਰਾਈਸ ਸੀਗੇ ਇੰਟਰਨੈਟ ਯੂਜ਼ਰਸ ਦੇ ਉਹ ਬਹੁਤ ਲੋ ਸੀ ਐਜ਼ ਕੰਪੇਅਰ ਟੂ ਅਦਰ ਕੰਪਨੀਜ਼। तो ਉਹਦਾ ਰਿਜ਼ਲਟ ਹੋਇਆ ਕਿ ਬਾਕੀ ਸਾਰੀਆਂ ਕੰਪਨੀਆਂ ਦਾ ਪ੍ਰੋਫਿਟ ਬਿਲਕੁਲ ਨੀਚੇ ਚਲਾ ਗਿਆ। ਸੋ ਟੂ ਫੇਸ ਕੰਪੀਟੀਸ਼ਨ ਕੰਪਨੀਜ਼ ਕੈਨ ਟੇਕ ਸੱਚ ਡਿਸੀਜਨਸ ਟੂ ਕੀਪ ਕੰਪੀਟੀਟਰਸ ਅਵੇ। ਇਹ ਵੀ ਇਹਦੇ ਨਾਲ ਮਿਲਦੀ ਜੁਲਦੀ ਉਹ ਗੱਲ ਹੈ ਕਿ ਕਹਿੰਦੇ ਵੀ ਮਾਰਕੀਟ ਦੇ ਵਿੱਚ ਕੋਈ ਕੰਪੀਟੀਟਰ ਜੇ ਹੈ ਤਾਂ ਉਹ ਟਿਕੇ ਨਾ, ਜੇ ਨਹੀਂ ਹੈ ਤਾਂ ਆਵੇ ਨਾ। ਸੋ ਉਹਦੇ ਲਈ ਜਿਹੜਾ ਉਹ ਇਸ ਤਰ੍ਹਾਂ ਦੀ ਪ੍ਰਾਈਸ ਪਾਲਿਸੀ ਤਿਆਰ ਕਰਦੇ ਨੇ ਕਿ ਉਹਨਾਂ ਨੂੰ ਕੰਪੀਟੀਸ਼ਨ ਬਹੁਤਾ ਮਿਲੇ ਹੀ ਨਾ। ਟੂ ਅਚੀਵ ਕੁਆਲਿਟੀ ਲੀਡਰਸ਼ਿਪ ਬਾਏ ਪ੍ਰਾਈਸਿੰਗ। Pricing also aimed at achieving the quality leadership. Quality leadership is the image in mind of buyers that high price is related to high quality product. ਇਹ ਜਿਹੜੀ ਤੁਹਾਡੀ ਯੰਗ ਜਨਰੇਸ਼ਨ ਆ ਉਹਨਾਂ ਦਾ ਦਿਮਾਗ ਥੋੜਾ ਜਿਹਾ ਜ਼ਿਆਦਾ ਰਹਿੰਦਾ ਹੈ ਕਿ ਜੇ ਇੱਕ ਟੀ-ਸ਼ਰਟ 800 ਰੁਪਏ ਦੀ ਹੈ, ਪਤਾ ਨਹੀਂ ਫਲਾਣਾ ਨਾਮ ਹੈ ਉਹਦਾ, ਤਾਂ ਉਹ ਜ਼ਿਆਦਾ ਵਧੀਆ ਹੈ, ਤੇ ਜਿਹੜੀ 200 ਰੁਪਏ ਦੀ ਹੈ ਉਹ ਮਾੜੀ ਹੈ। ਇਹ ਇਸੇ ਕਰਕੇ ਕੰਪਨੀਆਂ ਜਿਹੜੀਆਂ ਨੇ ਤੁਹਾਡੀ ਇਸ ਸਾਈਕੀ ਨੂੰ ਐਕਸਪਲੋਇਟ ਕਰਦੀਆਂ ਤੇ ਮਹਿੰਗੇ ਰੇਟ ਤੇ ਆਪਣੇ ਪ੍ਰੋਡਕਟ ਜਿਹੜੇ ਆ ਉਹ ਸੇਲ ਕਰਦੇ ਨੇ। In order to create a positive image that company's product is standard or superior than offered by close competitors, company designs its pricing policy accordingly. ਤੇ ਕੰਪਨੀਆਂ ਜਿਹੜੀਆਂ ਉਹ ਅੱਜ ਕੱਲ੍ਹ ਚੱਲੀਆਂ ਫਟੀਆਂ ਹੋਈਆਂ ਪੈਂਟਾਂ
ਉਹ ਵੀ ਤੁਹਾਨੂੰ ਮਹਿੰਗੇ ਭਾਅ ਤੇ ਸੇਲ ਕਰ ਰਹੀਆਂ ਨੇ। ਈਵਨ ਕਿ ਮਾਰਕੀਟ ਦੇ ਵਿੱਚ ਅਗਰ ਅਸੀਂ ਕੋਈ ਪ੍ਰੋਡਕਟ ਲੈਣ ਜਾਈਏ, ਚਾਹੇ ਉਹ ਕਲੌਥ ਹੀ ਹੋਵੇ, ਅਗਰ ਥੋੜਾ ਬਹੁਤ ਉਹਦੇ ਸਕ੍ਰੈਚ ਹੈ, ਕੋਈ ਦਿੱਕਤ ਹੈ, ਤਾਂ ਅਸੀਂ ਰਿਫਿਊਜ਼ ਕਰ ਦਿੰਦੇ ਹਾਂ ਪਰਚੇਜ਼ ਕਰਨ 'ਚ। ਪਰ ਇਸ ਤਰ੍ਹਾਂ ਦੀ ਟੀ-ਸ਼ਰਟ, ਜੀਨਸ ਵਗੈਰਾ ਅਸੀਂ ਸਿਰਫ ਕਿਉਂਕਿ ਬ੍ਰਾਂਡਿੰਗ ਦੇ ਜੇ ਸਾਨੂੰ ਲੱਗਿਆ ਵੀ ਸੁਪੀਰੀਅਰ ਤੇ ਪ੍ਰਾਈਸ ਇਜ਼ ਵੈਰੀ ਹਾਈ ਨੇ, ਅਸੀਂ ਉਹ ਵੀ ਪਰਚੇਜ਼ ਕਰ ਲੈਂਦੇ ਹਾਂ। ਫਿਰ ਟੂ ਰਿਮੂਵ ਕੰਪੀਟੀਟਰਸ ਫਰੋਮ ਦਾ ਮਾਰਕੀਟ, ਇਹ ਗੱਲ ਆਪਾਂ ਕਰ ਹੀ ਚੁੱਕੇ ਕਿ ਕੰਪੀਟੀਟਰ ਨੂੰ ਮਾਰਕੀਟ ਦੇ ਵਿੱਚੋਂ ਅਗਰ ਹਟਾਉਣਾ ਹੈ ਤਾਂ ਉਹਦੇ ਨਾਲ ਸੰਬੰਧਿਤ ਵੀ ਪ੍ਰਾਈਸਿੰਗ ਪਾਲਿਸੀ, ਉਹਦਾ ਆਬਜੈਕਟਿਵ ਹੁੰਦਾ ਹੈ ਕਿ ਪ੍ਰਾਈਸਿਸ ਇਸ ਤਰੀਕੇ ਨਾਲ ਸੈੱਟ ਕੀਤੀ ਜਾਵੇ ਕਿ ਕੰਪੀਟੀਟਰ ਜਿਹੜਾ ਉਹ ਆਊਟ ਆਫ ਮਾਰਕੀਟ ਹੋ ਜਾਏ। ਫਿਰ ਟੂ ਸੈਟਿਸਫਾਈ ਕਸਟਮਰ, company should design pricing in such a way that result into maximum consumer satisfaction। ਇਹ ਜਿਹੜੇ ਕੰਜ਼ਿਊਮਰ ਨੇ ਉਹ ਸੈਟਿਸਫਾਈ ਹੋਣ ਤੇ ਵੱਧ ਤੋਂ ਵੱਧ ਪ੍ਰੋਡਕਟ ਜਿਹੜੇ ਆ ਉਹ ਸੇਲ ਹੋ ਸਕਣ। ਐਂਡ some more objectives like cost, the most decisive factor is the cost of production. It involves finding out cost per unit and adding necessary profit with the cost of production to arrive at the price. The main defect of this approach is that it disregards external factors, especially demand and the value placed on goods by ultimate consumer। ਕਾਸਟ ਬੜਾ ਇੰਪੋਰਟੈਂਟ ਫੈਕਟਰ ਹੈ, ਪਰ ਕੰਪਨੀਆਂ ਜਿਹੜੀਆਂ ਨੇ ਪ੍ਰਾਈਸ ਤੈਅ ਕਰਨ ਲਈ ਸਮੇਂ ਸਿਰਫ ਤੇ ਸਿਰਫ ਇੰਟਰਨਲ ਫੈਕਟਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ। ਸਾਨੂੰ ਇਸ ਪ੍ਰੋਡਕਟ ਨੂੰ ਤਿਆਰ ਕਰਨ ਦੇ ਵਿੱਚ ਕਿੰਨੀ ਕਾਸਟ ਆ ਰਹੀ ਹੈ, ਉਸ ਦੇ ਆਧਾਰ ਤੇ ਉਹ ਜਿਹੜੀਆਂ ਨੇ ਮੋਸਟਲੀ ਪ੍ਰਾਈਸ ਤੈਅ ਕਰਦੀਆਂ ਨੇ। ਪਰ ਜਿਹੜਾ ਜ਼ਰੂਰੀ ਹੈ ਦੈਟ ਇਜ਼ ਐਕਸਟਰਨਲ ਫੈਕਟਰ, ਜਿਵੇਂ ਡਿਮਾਂਡ ਹੈ, ਵੈਲਿਊ ਪਲੇਸਡ ਔਨ ਗੁਡਸ ਹੈ, ਇਹ ਜਿਹੜੇ ਆਊਟਰ ਫੈਕਟਰ ਨੇ ਉਹ ਵੀ ਬੜੇ ਇੰਪੋਰਟੈਂਟ ਨੇ, ਇਹਨਾਂ ਨੂੰ ਵੀ ਧਿਆਨ 'ਚ ਰੱਖਿਆ ਜਾ ਸਕਦਾ। ਦੈਨ ਡਿਮਾਂਡ, in a consumer oriented market, consumer influence the price. The value of a given product to the consumer is the prime consideration. So marketing research is used as an effective aid in ascertaining the consumer demand। So consumer demand ਕੀ ਹੈ, ਕਿਵੇਂ ਵਧਾਇਆ ਜਾ ਸਕਦਾ ਹੈ, ਇਹ ਵੀ ਇੱਕ ਇੰਪੋਰਟੈਂਟ ਫੈਕਟਰ ਹੈ, ਇਹਨੂੰ ਪ੍ਰਭਾਵਿਤ ਕਰਦੀ ਹੈ ਪ੍ਰਾਈਸ। ਸੋ ਇਸ ਤਰੀਕੇ ਨਾਲ ਹੀ ਕੰਪੀਟੀਸ਼ਨ ਦੀ ਗੱਲ ਹੋ ਗਈ। ਤੇ ਡਿਸਟ੍ਰੀਬਿਊਸ਼ਨ ਚੈਨਲਸ ਨੇ, ਡਿਸਟ੍ਰੀਬਿਊਸ਼ਨ ਚੈਨਲਸ ਦੇ ਵਿੱਚ ਕੀ ਰੋਲ ਹੈ ਪ੍ਰਾਈਸ ਦਾ? ਕੰਪਨਸੇਸ਼ਨ ਪੇਡ ਫॉर ਦਾ ਸਰਵਿਸਿਜ਼ ਆਫ ਦਾ ਮਿਡਲਮੈਨ between the manufacturer and ultimate consumer must be included in the ultimate price the consumer pays। ਜਿਹੜਾ ਕੰਜ਼ਿਊਮਰ ਪੇ ਕਰਦਾ ਹੈ ਉਹ ਸਿਰਫ ਤੇ ਸਿਰਫ ਕੰਪਨੀ ਦੀ ਕਾਸਟ ਤੇ ਪਲੱਸ ਪ੍ਰੋਫਿਟ ਹੀ ਨਹੀਂ ਹੁੰਦਾ, ਇਹਦੇ ਜਿਹੜਾ ਡਿਸਟ੍ਰੀਬਿਊਸ਼ਨ ਚੈਨਲ ਹੈ ਉਹ ਵੀ ਇਨਕਲੂਡ ਹੁੰਦਾ ਹੈ। ਪ੍ਰੋਡਕਟ ਪਹਿਲਾਂ ਸੁਪਰ ਸਟਾਕਿਸਟ ਕੋਲ ਆਉਂਦਾ ਹੈ, ਸਟਾਕਿਸਟ ਕੋਲ ਫਿਰ ਹੋਲਸੇਲਰ, ਹੋਲਸੇਲਰ ਤੋਂ ਰਿਟੇਲਰ, ਰਿਟੇਲਰ ਤੋਂ ਕੰਜ਼ਿਊਮਰ। ਸੋ ਇਹ ਜਿਹੜੀ ਪੂਰੀ ਚੈਨ ਹੈ ਇਹ ਵੀ ਇਫੈਕਟ ਪਾਉਂਦੀ ਹੈ ਪ੍ਰਾਈਸਿਸ ਦੇ ਉੱਪਰ। ਤੇ ਪੋਲੀਟੀਕਲ ਤੇ ਲੀਗਲ ਐਸਪੈਕਟ ਵੀ ਜਿਹੜੇ ਇਹਦਾ ਨਾਲ ਜੁੜੇ ਹੋਏ ਨੇ ਕਿ ਗਵਰਨਮੈਂਟ ਦੀ ਇੰਟਰਫੇਅਰੈਂਸ ਕੀ ਹੈ, ਸੱਚ ਐਜ਼ ਕੰਟਰੋਲਿੰਗ ਆਫ ਪ੍ਰਾਈਸਿਸ। ਅਗਰ ਗਵਰਨਮੈਂਟ ਪ੍ਰਾਈਸਿਸ ਨੂੰ ਕੰਟਰੋਲ ਕਰਦੀ ਹੈ ਜਾਂ ਟੈਕਸ ਲਗਾਉਂਦੀ ਹੈ ਤਾਂ ਉਹਦਾ ਵੀ ਸਿੱਧਾ ਸਿੱਧਾ ਜਿਹੜਾ ਇਫੈਕਟ ਹੈ ਉਹ ਪ੍ਰਾਈਸਿਸ ਦੇ ਉੱਪਰ ਪੈਂਦਾ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਐਕਸਟਰਨਲ ਫੋਰਸਿਸ ਜਿਹੜੀਆਂ ਇਨਫਲੂਐਂਸ ਕਰਦੀਆਂ ਨੇ ਪ੍ਰਾਈਸਿਸ ਨੂੰ, ਤੇ ਇੰਟਰਨਲ ਫੋਰਸ। ਹੁਣ ਤੱਕ ਆਪਾਂ ਆਬਜੈਕਟਿਵਸ ਦੀ ਗੱਲ ਕੀਤੀ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿਹੜੇ ਕਿਹੜੇ ਫੈਕਟਰਸ ਨੇ ਜੋ ਪ੍ਰਾਈਸਿੰਗ ਨੂੰ ਇਨਫਲੂਐਂਸ ਕਰਦੇ ਨੇ, ਪ੍ਰਾਈਸ ਘਟਾਉਣਾ ਜਾਂ ਵਧਾਉਣਾ, ਤੇ ਉਹਨਾਂ ਦੇ ਉੱਪਰ ਕਿਹੜੇ ਕਿਹੜੇ ਫੈਕਟਰਸ ਦਾ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਅਸੀਂ ਇੰਟਰਨਲ ਫੋਰਸਿਸ ਦੀ ਗੱਲ ਕਰੀਏ। ਇੰਟਰਨਲ ਫੋਰਸਿਸ ਦਾ ਮਤਲਬ ਹੁੰਦਾ ਵਿਦਿਨ ਦਾ ਆਰਗੇਨਾਈਜੇਸ਼ਨ। ਤਾਂ ਵਿਦਿਨ ਦਾ ਆਰਗੇਨਾਈਜੇਸ਼ਨ ਕਿਹੜੇ ਫੈਕਟਰਸ ਨੇ? ਜਿਵੇਂ ਕਾਰਪੋਰੇਟ ਐਂਡ ਮਾਰਕੀਟਿੰਗ ਆਬਜੈਕਟਿਵ ਆਫ ਦਾ ਫਰਮ। ਇੱਕ ਕੰਪਨੀ ਆ ਜੋ ਉਹਦੀ ਮਾਰਕੀਟਿੰਗ ਆਬਜੈਕਟਸ ਨੇ ਉਹ ਕਿਸ ਤਰੀਕੇ ਨਾਲ ਬਣਾਏ ਜਾਂਦੇ ਨੇ, ਉਸ ਦੇ ਉੱਪਰ ਉਹ ਵੀ ਪੂਰਾ ਪੂਰਾ ਫੈਕਟ ਪਾਉਂਦੇ ਨੇ ਪ੍ਰਾਈਸ ਦੇ ਉੱਪਰ। ਫਿਰ ਦ ਇਮੇਜ ਸੌਟ ਬਾय ਦ ਫਰਮ ਥਰੂ ਪ੍ਰਾਈਸਿੰਗ। ਕੋਈ ਕੰਪਨੀ ਆਪਣੀ ਇਮੇਜ ਹੀ ਪ੍ਰਾਈਸ ਦੇ ਆਧਾਰ ਤੇ ਬਣਾਉਣਾ ਚਾਹੁੰਦੀ ਹੈ। ਜਿਵੇਂ LG ਹੈ, LG ਨੂੰ ਮੰਨਿਆ ਜਾਂਦਾ ਵੀ ਉਹਨਾਂ ਦੇ ਪ੍ਰੋਡਕਟ ਜਿਹੜੇ ਆ ਸਭ ਤੋਂ ਮਹਿੰਗੇ ਨੇ,
ਪਰ ਉਹ LG ਦਾ ਇਹ ਮੰਨਣਾ ਹੈ ਵੀ ਸਾਡੇ ਪ੍ਰੋਡਕਟ ਸਾਰਿਆਂ ਨਾਲੋਂ ਸੁਪੀਰੀਅਰ ਨੇ, ਇਸ ਕਰਕੇ ਸਾਡੇ ਪ੍ਰੋਡਕਟ ਮਹਿੰਗੇ ਨੇ। ਸੋ ਉਹ ਆਪਣੀ ਇਮੇਜ ਹੀ ਉਹਨਾਂ ਨੇ ਇਸ ਤਰੀਕੇ ਦੀ ਜਿਹੜੀ ਬਣਾਈ ਹੋਈ ਹੈ। ਐਂਡ ਦ ਬੇਸਿਕ ਕਰੈਕਟਰਿਸਟਿਕਸ ਆਫ ਦਾ ਪ੍ਰੋਡਕਟ, ਤੇ ਜਿਹੜੇ ਪ੍ਰੋਡਕਟ ਬਣਾਇਆ ਉਹਦੇ ਜਿਹੜੇ ਬੇਸਿਕ ਕਰੈਕਟਰਿਸਟਿਕਸ ਨੇ ਉਹ ਵੀ ਇਨਫਲੂਐਂਸ ਕਰਦੇ ਨੇ ਪ੍ਰਾਈਸ ਨੂੰ। ਹੁਣ ਜਦੋਂ LCD ਆਈ ਸੀ ਉਹ ਵੀ ਬੜੀ ਮਹਿੰਗੀ ਸੀ, LCD ਤੋਂ LED ਆ ਗਈ ਤਾਂ ਉਹ ਹੋਰ ਮਹਿੰਗੀ ਹੋ ਗਈ, ਕਿਉਂਕਿ ਉਹ ਕਹਿੰਦੇ ਜੀ ਇਹ ਮਤਲਬ ਕੰਜ਼ਿਊਮਰ ਆਈਜ਼ ਨੂੰ ਪ੍ਰੋਟੈਕਟ ਕਰਦੀ ਹੈ, ਇਸ ਕਰਕੇ ਇਹਦੇ ਜਿਹੜੇ ਬੇਸਿਕ ਫੀਚਰਸ ਨੇ ਉਹ ਬੜੇ ਯੂਨੀਕ ਨੇ ਐਜ਼ ਕੰਪੇਅਰ ਟੂ ਪ੍ਰੀਵੀਅਸ ਵਨਸ। ਸੋ ਇਸ ਕਰਕੇ ਇਹ ਪ੍ਰੋਡਕਟ ਜਿਹੜਾ ਉਹ ਮਹਿੰਗਾ ਹੈ। ਦ ਸਟੇਜ ਆਫ ਦਾ ਪ੍ਰੋਡਕਟ ਔਨ ਦਾ ਪ੍ਰੋਡਕਟ ਲਾਈਫ ਸਾਈਕਲ, ਤੇ ਪ੍ਰਾਈਸ ਇਸ ਚੀਜ਼ ਤੇ ਵੀ ਜਿਹੜਾ ਡਿਪੈਂਡ ਕਰਦਾ ਹੈ ਕਿ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਆਇਆ ਉਹਦਾ ਲਾਈਫ ਸਾਈਕਲ ਕੀ ਹੈ, ਕਿ ਯੂਜ਼ ਐਂਡ ਥਰੋ ਤਾਂ ਨਹੀਂ ਹੈ, ਕਿ ਲੰਬਾ ਸਮਾਂ ਯੂਜ਼ ਵਾਲੀ ਹੈ। ਸੋ ਅਗਰ ਲੌਂਗ ਟਰਮ ਇਨ ਯੂਜ਼ ਰਹਿੰਦਾ ਪ੍ਰੋਡਕਟ ਤਾਂ ਉਹਦੀ ਪ੍ਰਾਈਸ ਥੋੜੀ ਵੱਧ ਹੁੰਦੀ ਹੈ। ਯੂਜ਼ ਐਂਡ ਥਰੋ ਹੈ ਲਾਈਕ ਚਾਈਨੀਜ਼ ਪ੍ਰੋਡਕਟ ਹੈ ਤਾਂ ਉਹਨਾਂ ਦੀ ਪ੍ਰਾਈਸ ਥੋੜੀ ਜਿਹੀ ਘੱਟ ਹੁੰਦੀ। ਸੋ ਇਸ ਤਰੀਕੇ ਨਾਲ ਪ੍ਰਾਈਸ ਇਲੈਸਟਿਸਿਟੀ ਆਫ ਡਿਮਾਂਡ ਆਫ ਦਾ ਪ੍ਰੋਡਕਟ ਹੈ ਕਿ ਅਗਰ ਉਹ ਪ੍ਰੋਡਕਟ ਬਹੁਤ ਜ਼ਰੂਰੀ ਹੈ ਮਾਰਕੀਟ ਦੇ ਲਈ ਤਾਂ ਉਹਦੀ ਪ੍ਰਾਈਸ ਪਹਿਲਾਂ ਹੀ ਮਤਲਬ ਇਸ ਤਰੀਕੇ ਦੀ ਰੱਖੀ ਜਾਂਦੀ ਹੈ ਵੀ ਜੇ ਥੋੜੀ ਜਿਹੀ ਵੀ ਵਧਾਤੀ ਤਾਂ ਡਿਮਾਂਡ ਖਤਮ ਹੋ ਜਾਏਗੀ। ਤੇ ਕਈ ਪ੍ਰੋਡਕਟ ਐਸੇ ਹੁੰਦੇ ਨੇ ਜਿਨ੍ਹਾਂ ਦੀ ਪ੍ਰਾਈਸ ਚਾਹੇ ਵਧੇ ਚਾਹੇ ਘਟੇ ਡਿਮਾਂਡ ਤੇ ਅਸਰ ਨਹੀਂ ਪੈਂਦਾ। ਸੋ ਪ੍ਰਾਈਸ ਇਲੈਸਟਿਵ ਡਿਮਾਂਡ ਆਫ ਦਾ ਪ੍ਰੋਡਕਟ ਵੀ ਜਿਹੜੀ ਹੈ ਉਹ ਅਫੈਕਟ ਪਾਉਂਦੀ ਹੈ ਡਿਮਾਂਡ ਦੇ ਉੱਪਰ। ਐਂਡ ਦੈਨ ਕਾਸਟ ਆਫ ਮੈਨੂਫੈਕਚਰਿੰਗ ਐਂਡ ਮਾਰਕੀਟਿੰਗ, ਇਹ ਤਾਂ ਬੜਾ ਕਾਮਨਲੀ ਹੈ ਕਿ ਉਸ ਚੀਜ਼ ਨੂੰ ਉਸ ਪ੍ਰੋਡਕਟ ਨੂੰ ਬਣਾਉਣ ਤੇ ਕਿੰਨਾ ਖਰਚਾ ਹੈ। ਐਂਡ ਦੈਨ ਕੰਪੋਜੀਸ਼ਨ ਆਫ ਦਾ ਪ੍ਰੋਡਕਟ ਲਾਈਨ ਆਫ ਦਾ ਫਰਮ, ਕਿ ਉਸ ਨੂੰ ਬਣਾਉਣ ਦੇ ਲਈ ਕੀ ਕੰਪੋਜੀਸ਼ਨ ਹੈ, ਕੀ ਸਿਸਟਮ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਸਟ ਦੇ ਉੱਪਰ ਇਫੈਕਟ ਪਾਉਂਦੀਆਂ ਨੇ। ਇਹ ਹੋ ਗਈਆਂ ਇੰਟਰਨਲ ਫੋਰਸਿਸ that influence prices. And now we will discuss external forces. In external forces, market characteristics, ਕਿ ਜਿਹੜਾ ਕੰਪਨੀ ਪ੍ਰੋਡਕਟ ਮਾਰਕੀਟ ਦੇ ਵਿੱਚ ਸੇਲ ਕਰਨਾ ਹੈ ਉਹ ਮਾਰਕੀਟ ਦੇ ਫੀਚਰਸ ਕੀ ਨੇ, ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੈ ਨਹੀਂ ਹੈ, ਮੋਨੋਪੋਲੀ ਹੈ ਜਾਂ ਆਲਰੇਡੀ ਦੇਰ ਆਰ ਨੰਬਰ ਆਫ ਪਲੇਅਰਸ, ਤਾਂ ਉਹ ਜਿਹੜੀ ਸਟੱਡੀ ਹੈ ਉਹ ਪੂਰਾ ਫੈਕਟ ਦੱਸੇਗੀ ਕਿ ਮਾਰਕੀਟ ਦੀ ਕਰੈਕਟਰਿਸਟਿਕਸ ਕੀ ਨੇ। ਐਂਡ ਦੈਨ ਬਾਇਰ ਬਿਹੇਵੀਅਰ ਇਨ ਰਿਸਪੈਕਟ ਆਫ ਦਾ ਪਰਟੀਕੂਲਰ ਪ੍ਰੋਡਕਟ, ਕੋਈ ਕੰਪਨੀ ਨੇ ਪ੍ਰੋਡਕਟ ਲਾਂਚ ਕੀਤਾ ਹੈ ਤਾਂ ਬਾਇਰ ਦਾ ਬਿਹੇਵੀਅਰ ਕੀ ਹੈ, ਬਾਇਰ ਉਹਨੂੰ ਪਰਚੇਸ ਕਰਨਾ ਚਾਹੁੰਦਾ ਹੈ ਨਹੀਂ ਕਰਨਾ ਚਾਹੁੰਦਾ, ਬਹੁਤ ਜ਼ਿਆਦਾ ਲਾਈਕ ਕਰ ਰਿਹਾ ਹੈ ਜਾਂ ਬਿਲਕੁਲ ਨਹੀਂ ਕਰ ਰਿਹਾ, ਤਾਂ ਉਹ ਵੀ ਇਫੈਕਟ ਪਾਏਗਾ। ਅਗਰ ਬਾਇਰ ਨੂੰ ਲੱਗਦਾ ਵੀ ਇਹ ਤਾਂ ਨੈਸੈਸਿਟੀ ਚੀਜ਼ ਹੈ ਤਾਂ ਮੈਨੂੰ ਖਰੀਦਣੀ ਹੀ ਪਏਗੀ, then the price will high। ਅਗਰ ਬਾਇਰ ਨੂੰ ਲੱਗਦਾ ਹੈ ਤਾਂ ਪ੍ਰੋਡਕਟ ਇਜ਼ ਨੋਟ ਯੂਜ਼ ਫॉर ਹਿਮ, then he will not pay for that product। and then extent of bargaining power of major customers, ਕਸਟਮਰ ਦੀ ਬਾਰਗੇਨਿੰਗ ਪਾਵਰ ਕੀ ਹੈ, ਖਰੀਦਣ ਘੱਟ ਵੱਧ ਅਗਰ ਰੇਟ ਹੁੰਦਾ ਹੈ ਉਹ ਪਰਚੇਸ ਕਰੇਗਾ ਨਹੀਂ ਕਰੇਗਾ, ਜਾਂ ਜੋ ਮਾਰਕੀਟ ਦੇ ਵਿੱਚ ਪ੍ਰੋਡਕਟ ਲਾਂਚ ਹੋ ਗਿਆ ਉਹਨੂੰ ਐਜ ਇਟ ਇਜ਼ ਸੇਮ ਪ੍ਰਾਈਸ ਤੇ ਪਰਚੇਸ ਕਰੇਗਾ। ਇਹ ਵੀ ਤੈਅ ਕਰਦਾ ਹੈ ਕਿ ਪ੍ਰਾਈਸ ਜਿਹੜੀ ਹੈ ਉਹ ਕਿੰਨੀ ਹੋਏਗੀ। ਐਂਡ ਦੈਨ ਕੰਪੀਟੀਟਰਸ ਪ੍ਰਾਈਸਿੰਗ ਪਾਲਿਸੀ, ਉਸ ਜਿਹੜਾ ਵੀ ਪ੍ਰੋਡਕਟ ਲਾਂਚ ਹੋਇਆ ਮਾਰਕੀਟ ਦੇ ਵਿੱਚ ਉਹਦੇ ਨਾਲ ਰਿਲੇਟਡ ਜਿਹੜੇ ਕੰਪੀਟੀਟਰ ਨੇ ਉਹਨਾਂ ਦੀ ਪ੍ਰਾਈਸਿੰਗ ਪਾਲਿਸੀ ਕੀ ਹੈ, ਕਿ ਉਹ ਆਲਰੇਡੀ ਬਹੁਤ ਜ਼ਿਆਦਾ ਪ੍ਰੋਫਿਟ ਤੇ ਕੰਮ ਕਰ ਰਹੇ ਨੇ ਜਾਂ ਬਿਲਕੁਲ ਨਾਰਮਲ ਹੈ। ਇਹਦੇ ਨਾਲ ਵੀ ਜਿਹੜੀ ਕੰਪਨੀ ਹੈ ਉਹ ਪ੍ਰਾਈਸ ਤੈਅ ਕਰਨ ਲੱਗੇ ਨੂੰ ਸਟੱਡੀ ਕਰਦੀ ਹੈ, ਇਹਦਾ ਬੜਾ ਇਫੈਕਟ ਪੈਂਦਾ। ਐਂਡ ਦੈਨ ਗਵਰਨਮੈਂਟ ਕੰਟਰੋਲ ਰੈਗੂਲੇਸ਼ਨ ਐਂਡ ਪ੍ਰੈਸ਼ਰ ਔਨ ਪ੍ਰਾਈਸਿੰਗ, ਕਿ ਜਿਹੜੇ ਦੇਸ਼ ਦੇ ਵਿੱਚ ਜਿੱਥੇ ਕਿਤੇ ਪ੍ਰੋਡਕਟ ਲਾਂਚ ਹੋਇਆ ਉੱਥੇ ਗਵਰਨਮੈਂਟ ਦਾ ਡਾਇਰੈਕਟ ਕੰਟਰੋਲ ਹੈ ਪ੍ਰਾਈਸਿੰਗ ਦੇ ਉੱਪਰ, ਜਾਂ ਕੋਈ ਪਾਲਿਸੀ ਤਾਂ ਨਹੀਂ ਹੈ ਗਵਰਨਮੈਂਟ ਦੀ ਕਿ ਇਸ ਤੋਂ ਮਹਿੰਗਾ ਜਾਂ ਸਸਤਾ ਨਹੀਂ ਵੇਚ ਸਕਦੇ। ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਨੂੰ ਉਸ ਪ੍ਰਾਈਸਿਸ ਤੋਂ ਜ਼ਿਆਦਾ ਰੇਟ ਤੇ ਵੇਚਣ ਤੇ ਗਵਰਨਮੈਂਟ MRP ਲਿਖਿਆ ਹੋਇਆ ਹੈ, ਇਹ ਪ੍ਰੋਡਕਟ ਤੁਸੀਂ ਇਸ ਤੋਂ ਮਹਿੰਗਾ ਨਹੀਂ ਸੇਲ ਕਰ ਸਕਦੇ। ਕਈ ਕੁਝ ਪ੍ਰੋਡਕਟ ਐਸੇ ਨੇ ਜਿਨ੍ਹਾਂ ਤੇ MSP ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ, ਮਤਲਬ ਤੁਸੀਂ ਉਸ ਤੋਂ ਘੱਟ ਨਹੀਂ ਵੇਚ ਸਕਦੇ। ਜਿਹੜੀ ਲਿਕਰ ਹੈ ਅਲਕੋਹਲ
ਉਹਦਾ ਰੇਟ ਜਿਹੜਾ ਉਹ ਮਿਨੀਮਮ ਤੈਅ ਕੀਤਾ ਜਾਂਦਾ ਕਿ ਅਬਵ ਤਾਂ ਕੋਈ ਵੀ ਹੋ ਸਕਦਾ ਹੈ, ਪਰ ਉਸ ਤੋਂ ਘੱਟ ਨਹੀਂ ਵੇਚੀ ਜਾ ਸਕਦੀ। ਉਹਦਾ ਕਾਰਨ ਹੈ ਵੀ ਜਿਹੜੀ ਐਕਸਾਈਜ਼ ਪਾਲਿਸੀਜ਼ ਹੁੰਦੀਆਂ ਨੇ, ਉਹ ਸਰਕਾਰ ਨੂੰ ਇਹ ਲੱਗਦਾ ਕਿ ਜਿਹੜੇ ਕੰਟਰੈਕਟਰਸ ਨੇ ਇੱਕ ਦੂਜੇ ਦਾ ਜਿਹੜਾ ਬਿਜ਼ਨਸ ਕਰਨ ਦੀ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਮਾਰਕੀਟ ਨੂੰ ਅਫੈਕਟ ਨਾ ਕਰਨ, ਉਹਦਾ ਰੈਵਨਿਊ ਲਾਸ ਹੋਣ ਦੀ ਸੰਭਾਵਨਾ ਰਹਿੰਦੀ ਹੈ ਗੌਰਮੈਂਟ। ਸੋ ਇਹ ਸੀਗੇ ਕੁਛ ਇੰਟਰਨਲ ਜਿਹੜੇ ਫੈਕਟਰਸ ਇਨਫਲੂਐਂਸ ਕਰਦੇ ਨੇ। ਸੋ ਹੋਪ ਤੁਹਾਨੂੰ ਇਹ ਅੱਜ ਦਾ ਜਿਹੜਾ ਚੈਪਟਰ ਹੈ ਉਹ ਕਲੀਅਰ ਹੋਇਆ ਹੋਣਾ, ਤੇ ਅਗਲੇ ਚੈਪਟਰ ਦੇ ਵਿੱਚ ਅਗਲੇ ਲੈਕਚਰ 'ਚ ਫੇਰ ਮਿਲਾਂਗੇ ਤੁਹਾਨੂੰ। ਤੇ ਸੋ ਟੇਕ ਕੇਅਰ, ਥੈਂਕ ਯੂ।